नाम बलविंदर सिंह ते हाज़र हैं जी प्रोग्राम मेरा पिंड मेरे खेत लैके। इस प्रोग्राम के तहत तुहानूं पता है कि असी ਵੱਖ-ਵੱਖ विषयां ते गलबात करते रहने हैं ते तुहानूं जानकारी देने की पूरी कोशिश भी करते हैं। और अज असी जिस शख्सियत नाल गलबात करन जा रहे हैं वो मेरे बिल्कुल नाल बैठे ने डॉक्टर दमनदीप सिंह जी, जिहड़े कि प्रोजैक्ट अफसर ने और पिंड धोगड़ी विखे सेंटर ऑफ एक्सीलेंस फॉर पोटैटोज़ विखे तैनात ने। डॉक्टर साहब बहुत बहुत स्वागत है सब तो पहला तुहाडा। और जिवें असी गलबात अज करनी है कि तुसी बागबानी विभाग के माहर हो, तुसी कि बागबानी विभाग के दायरे च किहड़े-किहड़े किते मेन जिहड़े आ वो किसानी नाल संबंधित आउंदे आ, उहदे बारे दसो। खास तौर पर जदों असी बागबानी की गल करते हैं तो मेन फुल्लां की काश्त, सब्जियां की काश्त, फलों की काश्त तो इस दे नाल मधुमक्खी पालन का किता ਜਾਂ फ्रूट प्रोसैसिंग हैगी है ਜਾਂ खुंबां की काश्त आ, ये किते जिहड़े बागबानी विभाग अधीन आउंदे आ ते बागबानी विभाग इन्हां कित्तियां दे रिलेटेड ही सारी किसानां नूं सहायता जां जानकारी जिहड़ा देण प्रोवाइड करदा है। डॉक्टर साहब जिवें तुसीं ਵੱਖ-ਵੱਖ कित्तिਆਂ बारे जानकारी दित्ती है कि बागबानी विभाग के अधीन जिहड़े ये कित्ते आउंदे आ, ਜਦੋਂ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਰਵਾਇਤੀ ਫਸਲਾਂ ਨੂੰ ਸਰਕਾਰ ਵੀ ਕਹਿੰਦੀ ਆ, ਤੁਹਾਡੀ ਯੂਨੀਵਰਸਿਟੀ ਤੁਹਾਡਾ ਵਿਭਾਗ ਵੀ ਕਹਿੰਦਾ ਕਿ ਉਹ ਛੱਡ ਕੇ ਜਿਹੜੀਆਂ ਹੋਰ ਫਸਲਾਂ ਕਿਸਾਨਾਂ ਨੂੰ ਅਪਣਾਉਣੀਆਂ ਚਾਹੀਦੀਆਂ, ਜਿਹਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਤੇ ਮਿਹਨਤ ਵੀ ਘਟਦੀ ਹੈ। ਇਹਦੇ 'ਚ ਸਬਜ਼ੀਆਂ ਦੀ ਜੇ ਗੱਲ ਕਰੀਏ ਕਿ ਰਵਾਇਤੀ ਫਸਲ ਜਿਹੜੀ ਆ ਉਹ ਕਿਸਾਨ ਛੱਡਦੇ ਆ, ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੁੰਦੇ ਆ, ਸਬਜ਼ੀਆਂ ਕਿਹੋ ਜਿਹਾ ਹੈਗਾ ਕਿੱਤਾ ਤੇ ਆਮਦਨ ਦੇ ਕੀ ਸਾਧਨ ਨੇ ਤੇ ਤੁਹਾਡਾ ਵਿਭਾਗ ਕੀ ਮਦਦ ਕਰਦਾ ਕਿਸਾਨਾਂ ਦੀ? फल सब्जियां ਜਿਹੜੀਆਂ ਜਾਂ ਫੁੱਲ ਹੈਗੇ ਆ ਬੜਾ ਮੁੱਖ ਰੋਲ ਇਹਦੇ 'ਚ ਅਦਾ ਕਰਦੇ ਆ ਜੀ। ਤੇ ਖਾਸ ਤੌਰ ਤੇ ਆਪਾਂ ਕਣਕ ਝੋਨੇ ਦਾ ਫਸਲੀ ਚੱਕਰ ਜੇ ਆਪਾਂ ਉਹਨੂੰ ਬਦਲਣਾ ਤੇ ਉਹਦੇ ਵਿੱਚ ਸਾਨੂੰ ਸਬਜ਼ੀਆਂ ਦੀ ਕਾਸ਼ਤ ਜਿਹੜੀ ਆ ਉਹ ਇਨਕਲੂਡ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਸਾਡੇ ਵਿਭਾਗ ਕੋਲ ਤਕਰੀਬਨ 9 ਸਬਜ਼ੀ ਬੀਜ ਫਾਰਮ ਹੈਗੇ ਆ, ਜਿਹਦੇ ਤੇ ਸਰਦੀਆਂ ਦੇ ਵਿੱਚ ਆਲੂ ਦਾ ਬੀਜ ਤੇ ਸਰਦੀਆਂ ਦੀਆਂ ਸਬਜ਼ੀਆਂ ਦੇ ਵੱਖਰੇ ਵੱਖਰੇ ਬੀਜ ਜਿਹੜੇ ਆ, ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਆਪਣੇ ਮੌਸਮ 'ਚ ਬਹੁਤ ਚੰਗੀ ਤਰ੍ਹਾਂ ਹੋ ਸਕਦੀਆਂ ਉਹਨਾਂ ਦੇ ਬੀਜ ਬਣਾਏ ਜਾਂਦੇ ਆ। ਇਸੇ ਤਰ੍ਹਾਂ ਗਰਮੀ ਦੀਆਂ ਰੁੱਤ ਵਿੱਚ ਜਿੱਦਾਂ ਅੱਜ ਕੱਲ੍ਹ ਘੀਆ, ਕੱਦੂ, ਬੇਲਾਂ ਵਾਲੀਆਂ ਸਬਜ਼ੀਆਂ ਦਾ ਮੌਸਮ ਹੈਗਾ ਤੇ ਇਹਨਾਂ ਦੇ ਬੀਜ ਜਿਹੜੇ ਗਰਮੀਆਂ ਦੇ ਰੁੱਤ ਵਿੱਚ ਉਹਨਾਂ ਫਾਰਮਾਂ 'ਤੇ ਬਣਾਏ ਜਾਂਦੇ ਆ। ਤੇ ਇਸੇ ਤਰ੍ਹਾਂ ਜਦੋਂ ਆਪਾਂ ਜ਼ਿਮੀਂਦਾਰਾਂ ਨੂੰ, ਕਿਸਾਨ ਵੀਰਾਂ ਨੂੰ ਆਪਾਂ ਕਹੀਦਾ ਕਿ ਫਸਲੀ ਵਿਭਿੰਨਤਾ ਲਾਉਣਾ, ਵੱਖਰੀਆਂ ਵੱਖਰੀਆਂ ਸਬਜ਼ੀਆਂ ਲਗਾਉਣੀਆਂ, ਪਹਿਲੀ ਤਾਂ ਸਿਫਾਰਿਸ਼ ਇਹ ਹੈ ਕਿ ਆਪਾਂ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਰਿਕਮੈਂਡਡ ਸਬਜ਼ੀਆਂ ਹੈਗੀਆਂ ਜਾਂ ਕਿਸਮਾਂ ਜਿਹੜੀਆਂ ਰਿਕਮੈਂਡਡ ਸਿਫਾਰਿਸ਼ਾਂ ਵਾਲੀਆਂ ਉਹੀ ਆਪਣੇ ਮੌਸਮ 'ਚ ਇੱਥੇ ਲਾਈਏ। ਤੇ ਦੂਸਰੀ ਗੱਲ ਸਬਜ਼ੀਆਂ ਦੇ ਰਿਲੇਟਿਡ ਹੀ ਆਪਾਂ ਜੇ ਆਪਾਂ ਹਵਾ ਵਾਲੀ ਸਪੇਸ ਉੱਪਰ ਨੂੰ ਯੂਟੀਲਾਈਜ਼ ਕਰਨੀ ਆ ਤੇ ਉਹਦੇ ਰਿਲੇਟਿਡ ਸਾਡੇ ਕੋਲ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ ਵਿਖੇ ਲੱਗਿਆ ਹੈਗਾ, ਜਿਹਦੇ ਵਿੱਚ ਕਿ ਅਸੀਂ ਪ੍ਰੋਟੈਕਟਡ ਕਲਟੀਵੇਸ਼ਨ ਜਾਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਇੱਕ ਏਰੀਆ ਜਾਂ 1 ਮੀਟਰ ਸਕੁਅਰ ਏਰੀਆ ਲੈ ਲਈਏ ਜਾਂ ਪਰ ਪਲਾਂਟ ਜਿਹੜੀ ਪ੍ਰੋਡਕਸ਼ਨ ਆ ਪ੍ਰਤੀ ਪੌਦਾ ਜਿਹੜੀ ਉਹਦੀ ਪੈਦਾਵਾਰ ਹੈਗੀ ਆ ਉਹ ਵੱਧ ਲੈ ਕੇ ਵੱਧ ਮੁਨਾਫਾ ਕਿੱਦਾਂ ਕਮਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਜਾਂ ਟੈਕਨੋਲੋਜੀ ਜਿਹੜੀ ਉੱਥੇ ਅਸੀਂ ਸਟੈਂਡਰਡਾਈਜ਼ ਕਿਸਾਨਾਂ ਵਾਸਤੇ ਕੀਤੀ ਹੋਈ ਹੈਗੀ। ਕਈ ਵਾਰੀ ਸਾਡੇ ਜਿਹੜੇ ਕਿਸਾਨ ਨੇ ਉਹ ਇਸ ਗੱਲ ਲਈ ਫਿਕਰਮੰਦ ਰਹਿੰਦੇ ਆ ਵੀ ਸਬਜ਼ੀਆਂ ਲਾਤੀਆਂ ਕਿਤੇ ਇਹ ਨਾ ਹੋਵੇ ਵੀ 2 ਦਿਨ ਕਿਤੇ ਮਾਰਕੀਟਿੰਗ ਜਿਹੜੀ ਆ ਜਾਂ ਮੰਡੀ 'ਚ ਲਿਜਾ ਕੇ ਕਿਤੇ ਖਰਾਬ ਨਾ ਹੋ ਜਾਏ, ਜਾਂ ਉਹਨੂੰ ਰੱਖ ਰਖਾਵ ਲਈ ਅਸੀਂ ਕਿਤੇ ਬਾਹਲਾ ਜਿਹੜਾ ਸਾਨੂੰ ਦੇਰ ਨਾ ਹੋ ਜਾਏ। ਜਿਵੇਂ ਆਪਾਂ ਆਮ ਜਿਹੜੀਆਂ ਝੋਨਾ ਤੇ ਕਣਕ ਦੀ ਗੱਲ ਕਰਦੇ ਹਾਂ, 10 ਦਿਨ ਮੰਡੀ 'ਚ ਫਸਲ ਪਈ ਵੀ ਰਵੇ ਤੇ ਕੋਈ ਫਰਕ ਨਹੀਂ ਪੈਂਦਾ। ਇਹਦੇ ਲਈ ਕਿਸਾਨ ਡਰਦੇ ਕਿ ਇਹਦੀ ਜਾਣਕਾਰੀ ਦੇਣ ਲਈ ਤੁਸੀਂ ਕਿਸਾਨਾਂ ਨੂੰ ਰਾਹੇ ਬਗਾਹੇ ਜਾਂ ਸਮੇਂ-ਸਮੇਂ 'ਤੇ ਕੋਈ ਟ੍ਰੇਨਿੰਗ ਦਿੰਦੇ ਹੋ ਜਾਂ ਜਾਣਕਾਰੀ ਦਿੰਦੇ ਹੋ? ਜਿਹੜਾ ਇੱਕ ਆਪਾਂ ਕਹਿੰਦੇ ਕਿ ਆਪਾਂ ਸਬਜ਼ੀ ਖਰਾਬ ਹੋਣ ਤੋਂ ਡਰਦੇ ਹਾਂ ਉਹਨੂੰ ਕਹਿੰਦੇ ਪੋਸਟ ਹਾਰਵੈਸਟ ਮੈਨੇਜਮੈਂਟ, ਕਿ ਜਾਂ ਤੁੜਾਈ ਉਪਰੰਤ ਆਪਾਂ ਆਪਣੀ ਸਬਜ਼ੀ ਜੇ ਪੈਦਾ ਕਰ ਲਈ ਤੇ ਉਹਦੀ ਸਾਂਭ ਸੰਭਾਲ ਕਿੱਦਾਂ ਕਰੀਏ ਜਦ ਤੱਕ ਅਸੀਂ ਮਾਰਕੀਟ ਦੇ ਵਿੱਚ ਵੇਚ ਨਹੀਂ ਲੈਣੀ ਤਦ ਤੱਕ ਦੀ ਗੱਲ। ਇਸ ਦੇ ਬਾਰੇ ਗੱਲ ਕਰੀਏ ਤਾਂ ਉਹਦੇ ਲਈ ਸਿਫਾਰਿਸ਼ ਇਹ ਹੁੰਦੀ ਹੈ ਕਿ ਆਪਾਂ ਵੱਖੋ ਵੱਖਰੀਆਂ ਵੈਰਾਈਟੀਆਂ ਥੋੜ੍ਹੇ ਰਕਬੇ ਦੇ ਵਿੱਚ ਲਾ ਦਈਏ ਤਾਂ ਕਿ ਇੱਕੋ ਸਮੇਂ ਇਕੱਠੀ ਤੁੜਾਈ ਨਾ ਹੋਵੇ ਤੇ ਸਾਨੂੰ ਮੰਡੀ ਦੇ ਵਿੱਚ ਵੇਚਣ ਨਾਲੋਂ ਸੁੱਟ ਕੇ ਨਾ ਆਉਣੀ ਪਵੇ, ਤਾਂ ਕਿ ਆਪਾਂ ਹੌਲੀ ਹੌਲੀ ਲਿਜਾਈਏ ਤੇ ਸਾਨੂੰ ਵਾਜਬ ਰੇਟ ਵੀ ਮਿਲਦਾ ਰਹੇ। ਇਸ ਸੰਬੰਧੀ ਆਪਾਂ ਤੁੜਾਈ ਉਪਰੰਤ ਸਬਜ਼ੀ ਨੂੰ ਕਿੱਦਾਂ ਸਾਂਭ ਸੰਭਾਲ ਕਰ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਲੈਣ ਲਈ ਸਾਡਾ ਬਾਗਬਾਨੀ ਵਿਭਾਗ ਦੇ ਹਰੇਕ ਸਰਕਲ ਲੈਵਲ 'ਤੇ ਅਫਸਰ ਹੈਗੇ ਆ। ਜਿੱਦਾਂ ਮੈਂ ਦੱਸਿਆ ਸੈਂਟਰ ਆਫ ਐਕਸੀਲੈਂਸ ਹੈਗਾ, ਉੱਥੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ PHPTC ਸੈਂਟਰ ਹੈਗਾ, ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟ੍ਰੇਨਿੰਗ ਸੈਂਟਰ, ਜਿਹੜਾ ਕਿ PAU ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਥਿਤ ਹੈਗਾ। ਉੱਥੇ ਖਾਸ ਤੌਰ 'ਤੇ ਫਲਾਂ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਜਾਂ ਉਹਨਾਂ ਦੀ ਆਪਾਂ ਕੁਆਲਿਟੀ ਕਿੱਦਾਂ ਇੰਪਰੂਵ ਕਰਨੀ ਆ ਜਾਂ ਉਹਨਾਂ ਨੂੰ ਛੇਤੀ ਖਰਾਬ ਹੋਣ ਤੋਂ ਕਿੱਦਾਂ ਬਚਾਉਣਾ, ਇਹਦੇ ਬਾਰੇ ਹੀ ਜਾਣਕਾਰੀ ਵੱਖਰੀਆਂ ਟੈਕਨੋਲੋਜੀ
ਟੈਕਨੋਲੋਜੀਆਂ ਬਾਰੇ ਦਿੱਤੀ ਜਾਂਦੀ। ਜੀ, ਤੇ ਡਾਕਟਰ ਸਾਹਿਬ ਮੈਂ ਟ੍ਰੇਨਿੰਗ ਬਾਰੇ ਪੁੱਛ ਰਿਹਾ ਸੀ ਤੁਹਾਨੂੰ ਕਿ ਜਿਹੜੇ ਕਿਸਾਨ ਨੇ ਉਹ ਚਾਹਵਾਨ ਨੇ ਜਾਂ ਉਹਨਾਂ ਦਾ ਦਿਲ ਕਰਦਾ ਵੀ ਨਿਕਲ ਕੇ ਅਸੀਂ ਸਬਜ਼ੀਆਂ ਵਾਲੇ ਪਾਸੇ ਜਾਈਏ, ਕੀ ਤੁਹਾਡੀ ਜਿਹੜੀ ਟ੍ਰੇਨਿੰਗ ਦਾ ਪੀਰੀਅਡ ਹੈ ਉਹ ਕਦੋਂ ਲਾਉਨੇ ਹੋ, ਕਿੱਦਾਂ ਜਾਗਰੂਕ ਕਰਦੇ ਹੋ ਤੁਸੀਂ ਕਿਸਾਨਾਂ ਨੂੰ, ਤੇ ਸਾਲ 'ਚ ਕਿੰਨੀ ਵਾਰੀ ਟ੍ਰੇਨਿੰਗ ਹੁੰਦੀ ਆ ਖਾਸ ਕਰਕੇ ਸਬਜ਼ੀਆਂ ਲਈ? ਜਿਹੜੀ ਸਬਜ਼ੀਆਂ ਦੀ ਟ੍ਰੇਨਿੰਗ ਆ ਉਹ ਸਾਡੀ ਖਾਸ ਤੌਰ ਤੇ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ ਵਿਖੇ ਲਗਾਈ ਜਾਂਦੀ ਹੈ। 3 ਦਿਨਾਂ ਇਹ ਟ੍ਰੇਨਿੰਗ ਹੈਗੀ ਹੈ, ਜਿਹੜਾ ਕਿ ਸਰਟੀਫਿਕੇਟ ਵੀ ਬਤੌਰ ਇਸ ਟ੍ਰੇਨਿੰਗ ਦਾ ਦਿੱਤਾ ਜਾਂਦਾ। ਉਹਦੇ ਵਿੱਚ ਓਪਨ ਕਲਟੀਵੇਸ਼ਨ ਬਾਹਰ ਖੁੱਲ੍ਹੇ ਖੇਤਾਂ ਵਾਲੀਆਂ ਤੇ ਪ੍ਰੋਟੈਕਟਡ ਕਲਟੀਵੇਸ਼ਨ ਸੁਰੱਖਿਅਤ ਖੇਤੀ ਕਿਸ ਤਰ੍ਹਾਂ ਕਰਨੀ, ਕਿਹੜੀਆਂ ਕਿਸਮਾਂ ਲਾਉਣੀਆਂ ਜਾਂ ਕਿਹੜੀਆਂ ਸਬਜ਼ੀਆਂ ਸੁਰੱਖਿਅਤ ਢਾਂਚਿਆਂ 'ਚ ਹੋ ਸਕਦੀਆਂ, ਉਹਦੇ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹ ਟ੍ਰੇਨਿੰਗ ਜਿਹੜੀ ਹੈ ਸਾਰਾ ਸਾਲ ਹੀ ਤਕਰੀਬਨ ਚੱਲਦੀ ਰਹਿੰਦੀ ਹੈ, 3 ਦਿਨਾਂ ਟ੍ਰੇਨਿੰਗ। ਉਹਦੇ ਲਈ ਕਿਸਾਨ ਵੀਰਾਂ ਨੇ ਕੀ ਕਰਨਾ, ਆਪਣੇ ਸਰਕਲ ਲੈਵਲ ਦਾ ਜਿਹੜਾ ਅਫਸਰ ਹੈਗਾ ਉਹਦੇ ਵਿੱਚ ਆਪਣਾ ਜਾ ਕੇ ਨਾਮ ਪਤਾ ਨੋਟ ਕਰਾਉਣ। ਜਦੋਂ ਟ੍ਰੇਨਿੰਗ ਦਾ ਕੋਈ ਤਰੀਕ ਪ੍ਰਪੋਜ਼ ਹੁੰਦੀ ਹੈ ਤੇ ਫਿਰ ਸਰਕਲ ਲੈਵਲ ਆਫੀਸਰ ਜਿਹੜੇ ਫੋਨ ਤੇ ਜਾਣਕਾਰੀ ਉਹਨਾਂ ਨੂੰ ਦੇ ਕੇ ਦੱਸ ਸਕਦੇ ਆ ਕਿ ਇੰਨੀ ਤੋਂ ਇੰਨੀ ਤਰੀਕ ਤੱਕ ਅਸੀਂ ਇਹ ਟ੍ਰੇਨਿੰਗ ਜਿਹੜੀ ਆ ਉਹ ਲਾਉਣ ਜਾ ਰਹੇ ਹਾਂ ਤੇ ਤੁਸੀਂ ਉੱਥੇ ਜਾ ਕੇ ਹਿੱਸਾ ਲੈ ਸਕਦੇ। ਡਾਕਟਰ ਸਾਹਿਬ, ਸਬਜ਼ੀਆਂ ਦੇ ਨਾਲ ਤੁਸੀਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਅਧੀਨ ਜਿਹੜਾ ਫਲ ਵੀ ਆਉਂਦੇ ਨੇ। ਹੁਣ ਪੰਜਾਬ 'ਚ ਜੇ ਫਲਾਂ ਦੀ ਗੱਲ ਕਰਦੇ ਹਾਂ ਤਾਂ ਫਲਾਂ ਦੀ ਕਾਸ਼ਤ ਜਿਹੜੀ ਆ ਉਹ ਆਮ ਰਾਜਾਂ ਨਾਲੋਂ ਘੱਟ ਹੈ, ਤੇ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਜੇ ਸਾਡੇ ਕਿਸਾਨ ਇਹ ਰਵਾਇਤੀ ਫਸਲਾਂ ਤੋਂ ਬਾਹਰ ਉਹਨਾਂ ਨੇ ਆਉਣਾ, ਫਲਾਂ ਵਾਲੇ ਪਾਸੇ ਆਉਣਾ, ਆਪਣੀ ਆਮਦਨ ਵਿੱਚ ਵੀ ਵਾਧਾ ਕਰਨਾ, ਤੇ ਇਹਦੇ ਬਾਰੇ ਤੁਹਾਡਾ ਜਿਹੜਾ ਬਾਗਬਾਨੀ ਵਿਭਾਗ ਹੈ ਉਹ ਕੀ ਕਿਸਾਨਾਂ ਦੀ ਜਿਹੜੀ ਮਦਦ ਕਰਦਾ? ਸਭ ਤੋਂ ਪਹਿਲਾਂ ਤਾਂ ਮੈਂ ਬਲਵਿੰਦਰ ਸਿੰਘ ਜੀ ਇਹ ਦੱਸਣਾ ਚਾਹੂੰਗਾ ਕਿ ਫਲਾਂ ਦੀ ਕਾਸ਼ਤ ਵੱਲ ਜਦੋਂ ਆਉਣਾ ਨਾ, ਅਸੀਂ ਬਾਗ ਦੀ ਵਿਉਂਤਬੰਦੀ ਸ਼ੁਰੂ ਤੋਂ ਕਿੱਦਾਂ ਆਪਾਂ ਸ਼ੁਰੂ ਕਰਨਾ, ਲੇਆਊਟ ਕਿੱਦਾਂ ਕਰਨੀ, ਉਹ ਬਹੁਤ ਜ਼ਰੂਰੀ ਹੈ, ਸਹੀ ਢੰਗ ਨਾਲ ਹੋਣੀ ਚਾਹੀਦੀ। ਕਿਉਂਕਿ ਬਾਗ ਦੀ ਫਸਲ ਕੋਈ ਇਹ ਨਹੀਂ ਹੈ ਕਿ 6 ਮਹੀਨੇ ਸਾਲ ਦੇ ਵਿੱਚ ਉਹ ਖਤਮ ਹੋ ਜਾਣੀ ਹੈ। 10 ਸਾਲ 20 ਸਾਲ 30 ਸਾਲ 40 ਸਾਲ ਵੀ ਬਾਗ ਜਿਹੜੇ ਵੱਖ-ਵੱਖ ਫਲਾਂ ਦੇ ਹਿਸਾਬ ਨਾਲ ਚੱਲਣੇ ਹੁੰਦੇ, ਇਸ ਕਰਕੇ ਸ਼ੁਰੂ ਤੋਂ ਹੀ ਉਹਦੀ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਤੇ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਤੇ ਆਪਾਂ ਸਭ ਤੋਂ ਪਹਿਲਾਂ ਬਾਗ ਦੀ ਲੇਆਊਟ ਕਿਸ ਤਰ੍ਹਾਂ ਕਰਨੀ ਹੈ, ਉਹਦੇ ਵਿੱਚ ਬਾਗਬਾਨੀ ਵਿਭਾਗ ਜਿਹੜਾ ਮੁੱਖ ਭੂਮਿਕਾ ਨਿਭਾਉਂਦਾ ਕਿ ਆਪਾਂ ਕਿੰਨੇ ਬਾਏ ਕਿੰਨੇ ਤੇ ਬੂਟਾ ਲਾਉਣਾ, ਉਹਦੀ ਨਿਸ਼ਾਨਦੇਹੀ ਕਿਸ ਤਰ੍ਹਾਂ ਕਰਨੀ ਹੈ। ਫਿਰ ਆਪਾਂ ਮੀਟਰ ਬਾਈ ਜਾਂ 3 ਫੁੱਟ ਬਾਈ 3 ਫੁੱਟ ਦਾ ਟੋਆ ਪੱਟਣਾ, ਮਿੱਟੀ ਉਹਦੀ ਟੈਸਟ ਕਰਾਉਣੀ ਹੈ, ਖਾਦ ਨਾਲ ਮਿੱਟੀ ਰਲਾ ਕੇ ਆਪਾਂ ਉਹਨੂੰ ਮਿਕਸ ਕਰਨਾ, ਤੇ ਫਿਰ ਆਉਂਦੀ ਬੂਟੇ ਲਾਉਣ ਦੀ ਵਾਰੀ। ਬੂਟੇ ਜਿਹੜੇ ਲਾਉਣੇ ਆ ਆਪਾਂ ਰਿਲਾਇਬਲ ਸੋਰਸ ਜਿਹੜੀਆਂ ਬਾਗਬਾਨੀ ਵਿਭਾਗ ਅਧੀਨ ਵੀ ਤਕਰੀਬਨ 23-24 ਨਰਸਰੀਆਂ ਪੰਜਾਬ ਲੈਵਲ ਤੇ ਅਵੇਲੇਬਲ ਹੈਗੀਆਂ, ਜਿਨ੍ਹਾਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਜਿਹੜੀਆਂ ਫਲਾਂ ਦੀਆਂ ਵੱਖਰੀਆਂ ਕਿਸਮਾਂ ਆ ਉਹਨਾਂ ਦੇ ਹੀ ਪਿਉਂਦੀ ਬੂਟੇ ਤਿਆਰ ਕੀਤੇ ਜਾਂਦੇ ਆ ਵਧੀਆ ਕੁਆਲਿਟੀ ਦੇ। ਤੇ ਆਪਾਂ ਉਹ ਰਿਲਾਇਬਲ ਸੋਰਸ ਜਿਹੜਾ ਸਰਕਾਰੀ ਜਾਂ ਸਾਡਾ ਰਿਲਾਇਬਲ ਹੈਗਾ ਆ ਉਹਦੇ ਤੋਂ ਹੀ ਸਹੀ ਕਿਸਮ ਦਾ ਬੂਟਾ ਜਿਹੜਾ ਉਹਦੀ ਚੋਣ ਕਰਕੇ ਤੇ ਆਪਾਂ ਉੱਥੋਂ ਖਰੀਦ ਕਰਨੀ ਆ। ਤੇ ਪ੍ਰਾਈਵੇਟ ਦੇ ਚੱਕਰ 'ਚ ਨਹੀਂ ਪੈਣਾ, ਕਿਉਂਕਿ ਪ੍ਰਾਈਵੇਟ ਦੀ ਆਪਣੇ ਰਿਲਾਇਬਿਲਟੀ ਕੋਈ ਨਹੀਂ ਕਿ ਕਿਹੜਾ ਕਿਸਮ ਦਾ ਬੂਟਾ, ਕਿਹੜੀ ਵੈਰਾਈਟੀ ਦਾ ਬੂਟਾ ਕਿਹੜੇ ਹਾਲਾਤਾਂ 'ਚੋਂ ਲਿਆ ਕੇ ਇੱਥੇ ਪਿਉਂਦ ਕਰਕੇ ਬਣਾ ਰਹੇ ਆ। ਇਸ ਕਰਕੇ ਆਪਾਂ ਨੂੰ ਰਿਲਾਇਬਲ ਸੋਰਸ ਵਾਲਾ ਸਰਕਾਰੀ ਤੌਰ 'ਤੇ ਖਰੀਦ ਕਰੀਏ। ਤੇ ਇਸ ਦੇ ਨਾਲ ਹੀ ਬਾਗਬਾਨੀ ਵਿਭਾਗ ਤੋਂ ਜਿੱਥੋਂ ਖਰੀਦ ਕਰਦੇ ਆ ਉੱਥੋਂ ਹੀ ਤਕਨੀਕੀ ਅਫਸਰ ਜਿਹੜੇ ਹੈਗੇ ਆ ਉਹ ਬੂਟਾ ਲਾ ਕੇ ਆਪਾਂ ਉਹਦੀ ਟ੍ਰੇਨਿੰਗ ਕਹਿੰਦੇ ਆ ਕਿ ਆਪਾਂ ਸੇਧ ਦੇਣੀ ਆ ਬੂਟੇ ਨੂੰ ਕਿ ਕਿਸ ਤਰ੍ਹਾਂ ਨੂੰ ਇਹਦਾ ਢਾਂਚਾ ਜਾਣਾ ਚਾਹੀਦਾ। ਉਸ ਤੋਂ ਬਾਅਦ ਅਗਲੇ ਸਾਲਾਂ ਦੇ ਵਿੱਚ ਉਹਦੀ ਕਾਂਟ ਛਾਂਟ ਕਰਨੀ ਆ, ਉਹਦੇ ਬਾਰੇ ਵੀ ਜਾਣਕਾਰੀ ਬਾਗਬਾਨੀ ਵਿਭਾਗ ਦੇ ਤਕਨੀਕੀ ਅਫਸਰ ਦਿੰਦੇ ਆ। ਤੇ ਇਸ ਦੇ ਨਾਲ ਹੀ ਆਪਾਂ ਪ੍ਰਚਲਿਤ ਹੋਣ ਦੀ ਫਲਾਂ ਦੀ ਗੱਲ ਕਰੀਏ ਤਾਂ ਫਲਾਂ ਦੇ ਵਿੱਚ ਪ੍ਰਚਲਿਤ ਨਾ ਹੋਣ ਦਾ ਥੋੜ੍ਹਾ ਇਹੀ ਕਾਰਨ ਹੈ ਕਿ ਤਕਰੀਬਨ ਜਿਹੜਾ ਬਾਗ ਦੇ ਵਿੱਚ ਬੂਟੇ ਲਾਏ ਆ 3-4 ਸਾਲ ਬਾਅਦ ਹੀ ਉਹ ਕਮਰਸ਼ੀਅਲ ਬੀਅਰਿੰਗ 'ਤੇ ਆਉਂਦੇ ਆ, ਜਦੋਂ ਆਮਦਨ ਜਿਹੜੀ ਆ ਉਹ ਸ਼ੁਰੂ ਹੁੰਦੀ ਆ। ਤੇ ਉਸ ਤੋਂ ਪਹਿਲਾਂ ਜਿਹੜੇ ਪਹਿਲੇ 2-3 ਸਾਲ ਹੈਗੇ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਨਵਾਂ ਬਾਗ ਲਾਇਆ ਤੇ ਉਹਦੇ ਵਿੱਚ ਆਪਾਂ ਵੱਖ-ਵੱਖ ਫਸਲਾਂ ਜਿਹੜੀਆਂ ਇੰਟਰਕਲਚਰ ਆਪਾਂ ਕਹਿੰਦੇ ਆ, ਦੂਸਰੀਆਂ ਫਸਲਾਂ ਲੈ ਕੇ ਆਪਾਂ ਉਹ ਪਹਿਲੇ 3 ਸਾਲ ਕਮਾਈ ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਇਹ ਕਮਾਈ ਇੱਕ ਵੱਖਰੀ ਹੋ ਗਈ। ਤੇ ਇੱਕ ਫਲਾਂ ਦਾ ਜਦੋਂ ਅਸੀਂ ਬਾਗ ਲਾਉਣਾ ਉਹਦੇ 'ਤੇ ਬਾਗਬਾਨੀ ਵਿਭਾਗ ਅਧੀਨ ਸਬਸਿਡੀ ਜਿਹੜੀ ਹੈ ਉਹ ਵੀ ਵਿੱਤੀ ਸਹਾਇਤਾ ਮੌਜੂਦ ਹੈਗੀ ਹੈ, ਜਿਹੜੀ ਕਿ ਪਹਿਲੇ 3 ਸਾਲ ਜਿਹੜਾ ਖਰਚਾ ਆਉਂਦਾ ਲਾਗਤ ਦਾ, ਪਹਿਲੇ ਸਾਲ 60% ਸਾਨੂੰ ਲਾਗਤ ਮਿਲਦੀ, ਅਗਲੇ ਸਾਲ 20 ਤੇ ਅਗਲੇ ਸਾਲ ਫਿਰ 20। ਪਹਿਲੇ 3 ਸਾਲ ਜਦੋਂ ਸਾਨੂੰ ਆਮਦਨ ਨਹੀਂ ਹੁੰਦੀ ਬਾਗ ਤੋਂ, ਉਸ ਸਾਲ 'ਚ ਉਹ ਵਿੱਤੀ ਸਹਾਇਤਾ ਜਿਹੜੀ ਹੈ ਸਰਕਾਰ ਵੱਲੋਂ ਮਹਿਕਮੇ ਤੋਂ ਦਿੱਤੀ ਜਾਂਦੀ ਹੈ। ਇਹ ਤਾਂ ਚਲੋ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਆ ਵੀ ਸਰਕਾਰ ਜਿਹੜੀ ਆ ਉਹ ਜੇ ਫਲਾਂ ਦਾ ਬਾਗ ਤੁਸੀਂ ਸਾਡੇ ਕਿਸਾਨ ਲਾਉਣਾ ਚਾਹੁੰਦੇ ਨੇ ਤੇ ਉਹ ਵਿੱਤੀ ਸਹਾਇਤਾ ਵੀ ਜਾਂ ਸਬਸਿਡੀ ਵੀ ਸਰਕਾਰ ਜਿਹੜੀ ਆ ਦਿੰਦੀ ਹੈ। ਅਸਲ 'ਚ ਤੁਹਾਡਾ ਜਿਹੜਾ ਵਿਭਾਗ ਹੈ ਡਾਕਟਰ ਸਾਹਿਬ ਉਹ ਕਿਹੜੇ ਕਿਉਂਕਿ ਕਈ ਵਾਰੀ ਮੌਸਮ ਦੀ ਵੀ ਗੱਲ ਕਰਦੇ ਆ, ਏਰੀਏ ਦਾ ਮੌਸਮ ਜਿਹੜਾ ਉਹ ਵੱਖਰਾ ਹੁੰਦਾ ਕਿ ਕਿਸ ਮੌਸਮ ਵਿੱਚ ਜਾਂ ਕਿਸ ਮਿੱਟੀ 'ਚ ਕਿਹੜਾ ਜਿਹੜਾ ਫਲ ਦਾ ਬੂਟਾ ਲਾਇਆ ਜਾਂਦਾ। ਤੁਸੀਂ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਿਹੜੇ ਫਲਾਂ ਦੇ ਬੂਟਿਆਂ ਨੂੰ ਤੁਸੀਂ ਤੁਹਾਡੀ ਯੂਨੀਵਰਸਿਟੀ ਜਾਂ ਤੁਹਾਡਾ ਵਿਭਾਗ ਰਿਕਮੈਂਡ ਕਰਦਾ ਕਿ ਇਹ ਜਿਹੜੇ ਜੋ ਬੂਟੇ ਲਾਏ ਜਾਣ ਜਾਂ ਇਹ ਫਲਾਂ ਦਾ ਬਾਗ ਜਿਹੜਾ ਜੇ ਬਣਾਇਆ ਜਾਵੇ ਤਾਂ ਜ਼ਿਆਦਾ ਕਿਸਾਨਾਂ ਲਈ ਲਾਹੇਵੰਦ ਹੋਊਗਾ?
ਫਲਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਜੀ, ਦੋ ਤਰ੍ਹਾਂ ਦੇ ਫਲਦਾਰ ਬੂਟੇ ਆਪਣੇ ਕੋਲ ਹੁੰਦੇ ਆ। ਇੱਕ ਕਹਿੰਦੇ ਸਦਾ ਬਹਾਰ ਬੂਟੇ ਤੇ ਇੱਕ ਪਤਝੜ ਰੁੱਤ ਦੇ ਬੂਟੇ ਹੁੰਦੇ ਆ। ਸਦਾ ਬਹਾਰ ਦੇ ਵਿੱਚ ਕੀ ਆਉਂਦਾ, ਅੰਬ ਆਉਂਦਾ, ਅਮਰੂਦ ਆਉਂਦਾ, ਕਿੰਨੂ ਸੰਤਰਾ, ਜਿਹੜੇ ਬੂਟੇ ਕਿ ਪੱਤੇ ਸਰਦੀਆਂ ਦੇ ਵਿੱਚ ਨਹੀਂ ਝੜਦੇ ਉਹ ਸਦਾ ਬਹਾਰ ਉਹਨਾਂ ਤੇ ਪੱਤੇ ਰਹਿੰਦੇ ਆ, ਉਹਨਾਂ ਨੂੰ ਸਦਾ ਬਹਾਰ ਬੂਟੇ ਕਿਹਾ ਜਾਂਦਾ। ਤੇ ਦੂਸਰੇ ਪਤਝੜ ਰੁੱਤ ਦੇ ਆ ਕਿ ਨਾਖ ਹੋ ਗਿਆ, ਆੜੂ ਹੋ ਗਿਆ, ਅਲੂਚਾ ਹੋ ਗਿਆ, ਜਿਹੜੇ ਕਿ ਸਰਦੀਆਂ ਦੇ ਵਿੱਚ ਆਪਣੇ ਪੱਤੇ ਝਾੜ ਦਿੰਦੇ ਨੇ। ਇਸੇ ਤਰ੍ਹਾਂ ਜੇ ਆਪਾਂ ਇਹਨਾਂ ਦੀ ਐਵਰਗ੍ਰੀਨ ਜਾਂ ਸਦਾ ਬਹਾਰ ਬੂਟਿਆਂ ਦੀ ਗੱਲ ਕਰੀਏ, ਇਹਨਾਂ ਨੂੰ ਲਾਉਣ ਦੇ ਦੋ ਮੌਸਮ ਨੇ। ਇੱਕ ਤਾਂ ਜਦੋਂ ਠੰਡ ਜਾਂਦੀ ਆ, ਆਪਾਂ ਫਰਵਰੀ ਮਾਰਚ ਦਾ ਮੌਸਮ ਆਉਂਦਾ, ਉਦੋਂ ਆਪਾਂ ਇਹਨਾਂ ਦੀ ਲਵਾਈ ਕਰ ਸਕਦੇ ਹਾਂ। ਇਸੇ ਤਰ੍ਹਾਂ ਦੂਸਰਾ ਮੌਸਮ ਬਹੁਤ ਵਧੀਆ ਹੈਗਾ ਬਰਸਾਤ ਰੁੱਤ ਦਾ, ਜੁਲਾਈ ਅਗਸਤ ਦਾ, ਜਦੋਂ ਕਿ ਸਾਡਾ ਮੋਰਟੈਲਿਟੀ ਰੇਟ ਬਹੁਤ ਘੱਟ ਹੁੰਦਾ, ਬੂਟਿਆਂ ਦੀ ਕਾਮਯਾਬੀ ਬਹੁਤ ਜ਼ਿਆਦਾ ਹੁੰਦੀ ਹੈ। ਤੇ ਜਿਹੜੇ ਪਤਝੜ ਰੁੱਤ ਦੇ ਬੂਟੇ ਆ, ਉਹ ਸਾਰੇ ਬਿਨਾਂ ਪੱਤਿਆਂ ਤੋਂ ਨੰਗੀਆਂ ਜੜ੍ਹਾਂ ਦੇ ਨਾਲ ਸਰਦੀਆਂ ਦੇ ਵਿੱਚ ਜਨਵਰੀ ਦੇ ਵਿੱਚ ਹੀ ਲਗਾਏ ਜਾਂਦੇ ਆ। ਠੀਕ ਹੈ ਜੀ, ਇਸ ਤਰ੍ਹਾਂ ਦੇ ਬੂਟੇ ਹੈਗੇ। ਤੇ ਜੇ ਅਸੀਂ ਹੁਣ ਸਦਾ ਬਹਾਰ ਬੂਟਿਆਂ ਦੇ ਵਿੱਚ ਵੱਖ-ਵੱਖ ਫਲਾਂ ਦੀ ਗੱਲ ਕਰੀਏ ਤਾਂ ਸਿਫਾਰਿਸ਼ਾਂ ਅਨੁਸਾਰ ਨਿੰਬੂ ਜਾਤੀ ਦੇ ਬੂਟੇ ਅਸੀਂ ਪੰਜਾਬ ਦੇ ਮੌਸਮ 'ਚ ਲਗਾ ਸਕਦੇ ਹਾਂ। ਇਸ ਦੇ ਨਾਲ ਅੰਬ ਹੈਗਾ, ਅਮਰੂਦ ਹੈ, ਉਹ ਲਗਾਇਆ ਜਾ ਸਕਦਾ। ਚੀਕੂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਪੀਤਾ ਲਗਾ ਸਕਦੇ ਹਾਂ। ਤੇ ਇਸੇ ਤਰ੍ਹਾਂ ਜੇ ਪਤਝੜ ਰੁੱਤ ਦੀ ਗੱਲ ਕਰੀਏ ਤਾਂ ਅਲੂਚਾ ਹੋ ਗਿਆ, ਆੜੂ ਹੋ ਗਿਆ, ਨਾਸ਼ਪਾਤੀ ਹੋ ਗਈ, ਬੱਗੂ ਗੋਸ਼ਾ ਹੋ ਗਿਆ, ਅਨਾਰ ਹੋ ਗਿਆ, ਇਹ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਇੱਥੇ ਮੌਸਮ ਦੇ ਹਿਸਾਬ ਨਾਲ ਲਗਾ ਸਕਦੇ। ਕਈ ਵਾਰੀ ਕਿਸਾਨਾਂ ਦੇ ਨਾ ਦਿਲ ਵਿੱਚ ਇਹ ਗੱਲ ਮਹਿਸੂਸ ਹੁੰਦੀ ਆ ਵੀ ਅਸੀਂ ਕਣਕ ਤੇ ਝੋਨੇ ਦੀ ਜਿਹੜੀ ਰਵਾਇਤੀ ਫਸਲ ਹੈ ਜੇ ਉਹਨੂੰ ਛੱਡ ਕੇ ਆਉਣਾ, ਕਿਤੇ ਨਾ ਕਿਤੇ ਸਾਡੀ ਆਮਦਨ ਨਾ ਘਟੇ। ਅਸੀਂ 2-3 ਸਾਲ 4 ਸਾਲ ਜਿਹੜੇ ਆ ਬੂਟੇ ਲਾਉਣੇ ਆ, ਉਹ ਫਸਲ ਵੀ ਵਿੱਚ ਵਿਹਲੀ, ਜਿਹੜੀ ਜ਼ਮੀਨ ਹੈ ਉਹ ਵਿਹਲੀ ਪਈ ਰਹਿਣੀ ਆ। ਇੱਕ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਫਰੂਟਸ ਦੇ ਜਿਹੜੇ ਬੂਟੇ ਅਸੀਂ ਲਾਉਣੇ ਆ, ਫਲਦਾਰ ਬੂਟੇ ਅਸੀਂ ਲਾਉਣੇ ਆ, ਉਹਦੇ 'ਚ ਕੋਈ ਹੋਰ ਫਸਲ ਵੀ ਉਗਾਈ ਜਾ ਸਕਦੀ ਆ ਤੇ ਆਮਦਨ ਕੀ ਬਾਕੀ ਰਵਾਇਤੀ ਫਸਲਾਂ ਨਾਲੋਂ ਸਾਨੂੰ ਵਧੀਆ ਮਿਲ ਸਕਦੀ ਆ, ਕਿਤੇ ਘੱਟ ਤਾਂ ਨਹੀਂ ਮਿਲਦੀ? ਕਿਸਾਨ ਬੇਝਿਜਕ ਹੋ ਕੇ ਜਿਹੜੇ ਇਹ ਬਾਗ ਲਾਉਣ। ਜਦੋਂ ਅਸੀਂ ਬਦਲ ਦੀ ਗੱਲ ਕਰਦੇ ਹਾਂ ਰਵਾਇਤੀ ਫਸਲਾਂ ਤੋਂ, ਮੰਨ ਲਓ ਅਸੀਂ ਬਾਗ ਲਗਾ ਲਿਆ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਹੋਰ ਫਸਲਾਂ ਅਸੀਂ ਸਿਫਾਰਿਸ਼ਾਂ ਅਨੁਸਾਰ ਵੱਖ-ਵੱਖ ਫਲਾਂ ਦੇ ਬਾਗ ਜਿਹੜੇ ਉਹਨਾਂ 'ਚ ਵੱਖ-ਵੱਖ ਫਸਲਾਂ ਦੀ ਸਿਫਾਰਿਸ਼ ਹੈ। ਜਿੱਦਾਂ ਕਿ ਪਤਝੜ ਦੇ ਰੁੱਤ ਦੇ ਬੂਟੇ, ਉਹਨਾਂ 'ਚ ਵੱਖਰੀ ਸਿਫਾਰਿਸ਼ ਹੋਏਗੀ ਕਿਉਂਕਿ ਉਹਨਾਂ ਨੂੰ ਸਰਦੀਆਂ ਦੇ ਵਿੱਚ ਪਾਣੀ ਘੱਟ ਲੱਗਣ ਵਾਲੀ ਫਸਲ ਚਾਹੀਦੀ ਹੈ ਕਿ ਉਹਨਾਂ ਦੀਆਂ ਜੜ੍ਹਾਂ 'ਚ ਵੀ ਨਾ ਪਾਣੀ ਜਾਏ। ਇਸੇ ਤਰ੍ਹਾਂ ਅਲੱਗ-ਅਲੱਗ ਫਸਲਾਂ ਦੀ ਸਿਫਾਰਿਸ਼ ਹੈ। ਪਰ ਜੇ ਆਪਾਂ ਆਮਦਨ ਦੀ ਗੱਲ ਕਰੀਏ ਤਾਂ ਕਿਉਂਕਿ ਆਪਾਂ ਬੂਟੇ ਬਾਗ ਦੇ ਲਗਾਏ ਆ, ਇਸ ਕਰਕੇ ਜਗ੍ਹਾ ਵੀ ਘਟਣੀ ਹੈ ਵਿੱਚ ਦੂਸਰੀ ਫਸਲ ਲੈਣ ਨੂੰ, ਤੇ ਦੂਸਰੀ ਫਸਲ ਲਈ ਜਗ੍ਹਾ ਘਟੇਗੀ ਤਾਂ ਨੈਚੁਰਲੀ ਉਹਦਾ ਝਾੜ ਘੱਟ ਹੋਏਗਾ ਤੇ ਥੋੜ੍ਹਾ ਆਮਦਨ 'ਚ ਫਰਕ ਪਏਗਾ। ਉਸ ਚੀਜ਼ ਨੂੰ ਅਸੀਂ ਜੇ ਟੈਕਲ ਕਰਨ ਲਈ ਮੈਂ ਜਾਣਕਾਰੀ ਦਿੱਤੀ ਹੈ ਕਿ ਆਪਾਂ ਫਲਦਾਰ ਬੂਟੇ ਲਾ ਕੇ ਉਹਦੇ ਲਈ ਸਾਡੇ ਕੋਲ ਵਿੱਤੀ ਸਹਾਇਤਾ ਮੌਜੂਦ ਹੈਗੀ ਹੈ, ਜਿਹੜੀ ਕਿ 60-20-20 ਦੀ ਰੇਸ਼ੀਓ 'ਚ ਪਹਿਲੇ 3 ਸਾਲ ਅਸੀਂ ਜ਼ਿਮੀਂਦਾਰਾਂ ਨੂੰ ਦਿੰਦੇ ਹਾਂ। ਵਿੱਚ ਫਸਲ ਆਪਾਂ ਦੂਸਰੀ ਲੈ ਲਈ ਤੇ ਪਲੱਸ ਵਿੱਤੀ ਸਹਾਇਤਾ ਮਿਲ ਗਈ ਤਾਂ ਆਪਾਂ ਰਵਾਇਤੀ ਫਸਲਾਂ ਦੇ ਹਿਸਾਬ ਨਾਲ ਜੋ ਆਪਾਂ ਨੂੰ ਆਮਦਨ ਆ ਰਹੀ ਹੈ ਉਹ ਆਪਾਂ ਤਕਰੀਬਨ ਜਿਹੜਾ ਸਾਡਾ ਆਮਦਨ ਉਹ 'ਚੋਂ ਪੂਰੀ ਹੋ ਜਾਂਦੀ ਹੈ। ਇਹਦੇ ਨਾਲ ਦੀ ਨਾਲ ਡਾਕਟਰ ਸਾਹਿਬ ਤੁਸੀਂ ਨਾ ਜਿਹੜੀ ਮਧੂਮੱਖੀ ਜਿਹਨੂੰ ਆਪਾਂ ਕਹਿ ਦਿੱਤਾ ਜਾਂਦਾ, ਸ਼ਹਿਦ ਦੀ ਜਿਹੜੀ ਸ਼ਹਿਦ ਪੈਦਾ ਕਰਨ ਵਾਲੀ ਮੱਖੀ ਜਿਹੜੀ ਆ, ਉਹ ਤੁਹਾਡੇ ਬਾਗਬਾਨੀ ਵਿਭਾਗ ਵਿੱਚ ਵੀ ਉਹਦਾ ਕਿੱਤਾ ਜਿਹੜਾ ਉਹ ਆਉਂਦਾ ਹੈ। ਇਹਦੇ ਲਈ ਖਾਸ ਕਰਕੇ ਸਾਡੇ ਜਿਹੜੇ ਕਿਸਾਨ ਪਿੰਡਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਕਿੱਤਿਆਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਵੀ ਘੱਟ ਹੈ। ਉਹ ਸੋਚਦੇ ਵੀ ਕਣਕ ਝੋਨਾ ਲਾ ਲਿਆ ਤੇ ਛੁਟਕਾਰਾ ਹੋ ਜਾਂਦਾ, ਇਹੀ ਫਸਲਾਂ ਨੇ। ਜਿਵੇਂ ਤੁਸੀਂ ਸਬਜ਼ੀਆਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ, ਇੱਦਾਂ ਇਹਦੇ ਸ਼ਹਿਦ ਵਾਲੀ ਮੱਖੀ ਜੇ ਆਪਾਂ ਪਾਲਣੀ ਆ ਤੇ ਉਹਦੇ ਬਾਰੇ ਤੁਹਾਡਾ ਵਿਭਾਗ ਕਿਸਾਨ ਵੀਰਾਂ ਨੂੰ ਜਾਂ ਪਾਲਕਾਂ ਨੂੰ ਕੀ ਸਲਾਹ ਦਿੰਦਾ ਜਾਂ ਸਹਾਇਤਾ ਕੀ ਦਿੰਦਾ? ਮੱਖੀ ਪਾਲਣ ਦਾ ਕਿੱਤਾ ਅਸੀਂ ਜ਼ਿਆਦਾ ਰਿਕਮੈਂਡ ਕਰਦੇ ਹਾਂ ਕਿ ਜਿਹੜੇ ਤਾਂ ਲੈਂਡਲੈਸ ਫਾਰਮਰ ਹੈਗੇ, ਜਿਨ੍ਹਾਂ ਕੋਲ ਜ਼ਮੀਨ ਬਹੁਤ ਘੱਟ ਹੈ ਜਾਂ ਨਹੀਂ ਹੈਗੀ, ਜਾਂ ਕੁਛ ਲੇਡੀਜ਼ ਜਿਹੜੀਆਂ ਕੰਮ ਕਰਨੀਆਂ ਚਾਹੁੰਦੀਆਂ, ਉਹਨਾਂ ਨੂੰ ਰਿਕਮੈਂਡ ਕਰੀਦਾ। ਕਿਉਂਕਿ ਮੱਖੀ ਪਾਲਣ 'ਚ ਕੀ ਹੈ, ਅਸੀਂ ਮੱਖੀਆਂ ਦੇ ਬਕਸੇ ਜ਼ਰੂਰੀ ਨਹੀਂ ਖੇਤਾਂ 'ਚ ਰੱਖਣੇ, ਆਪਾਂ ਸੜਕਾਂ ਦੇ ਆਲੇ ਦੁਆਲੇ ਵੀ ਰੱਖ ਸਕਦੇ ਹਾਂ। ਪਰ ਫਾਇਦਾ ਮੱਖੀ ਪਾਲਣ ਦਾ ਕੀ ਹੈ, ਇੱਕ ਤਾਂ ਆਪਣੇ ਕੋਲ ਮੱਖੀਆਂ ਦਾ ਸ਼ਹਿਦ ਮਿਲਣਾ, ਨਾਲ ਉਹਦੇ ਹੋਰ ਬੜੇ ਪ੍ਰੋਪੋਲਿਸ ਆਉਂਦਾ ਵਿੱਚੋਂ ਪੋਲਨ ਜਿਹੜੇ ਕਲੈਕਟ ਹੁੰਦੇ, ਜਿਨ੍ਹਾਂ ਦੀ ਮਾਰਕੀਟ ਵੈਲਿਊ ਬਹੁਤ ਹਾਈ ਹੈਗੀ ਆ, ਉੱਦਾਂ ਦਾ ਚੀਜ਼ਾਂ ਆਪਾਂ ਮੱਖੀਆਂ ਤੋਂ ਕਲੈਕਟ ਕਰਦੇ ਹਾਂ। ਤੇ ਇੱਕ ਮੇਜਰ ਚੀਜ਼ ਜਿਹੜੀ ਆਪਾਂ ਕਹੀਏ ਕਿ ਮੱਖੀਆਂ ਅਸੀਂ ਪਾਲੀਆਂ, ਉਹਨਾਂ ਨੇ ਫੁੱਲਾਂ 'ਤੇ ਆਣ ਕੇ ਫਿਰਨਾ, ਇੱਥੋਂ ਪੋਲਨ ਇਕੱਠੇ ਕਰਨੇ ਆ। ਪਰ ਪਰਾਗਣ ਦੀ ਕਿਰਿਆ ਜਿਹੜੀ ਸਬਜ਼ੀਆਂ ਦੀ ਜਾਂ ਹੋਰ ਖੇਤੀ ਦੀਆਂ ਫਸਲਾਂ ਦੀ ਉਹ ਬਹੁਤ ਵਧੀਆ ਹੁੰਦੀ ਤੇ ਉਹਨਾਂ ਦਾ ਝਾੜ ਬਹੁਤ ਫਸਲਾਂ ਦਾ ਵੱਧਦਾ, ਤੇ ਨਾਲ ਦੀ ਨਾਲ ਸਾਡੇ ਕੋਲ ਸ਼ਹਿਦ ਦੀ ਜਿਹੜੀ ਉਹ ਐਕਸਟਰਾ ਇਨਕਮ ਆ ਜਾਂਦੀ ਹੈ। ਜੇ ਕਿਸੇ ਨੇ ਮਧੂਮੱਖੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੋਵੇ ਤਾਂ ਉਹਦੇ ਵਿੱਚ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਜਿਹੜੀ ਉਹ ਉਪਲਬਧ ਹੈਗੀ ਹੈ। ਤਕਰੀਬਨ 50 ਬਕਸੇ, 50 ਕਲੋਨੀਆਂ ਅਸੀਂ ਕਹਿੰਦੇ ਆ, 8 ਫਰੇਮ ਇੱਕ ਕਲੋਨੀ ਦੇ ਵਿੱਚ ਹੁੰਦੇ ਆ, 8 ਫਰੇਮ ਵਾਲੇ 50 ਬਕਸੇ ਤੇ ਇੱਕ ਕਿਸਾਨ ਨੂੰ ਅਸੀਂ ਸਬਸਿਡੀ ਦੇ ਸਕਦੇ ਹਾਂ, ਜਿਸ ਵਿੱਚ ਕਿ ਤਕਰੀਬਨ 40% ਸਬਸਿਡੀ ਦੀ ਜਿਹੜੀ ਵਿਵਸਥਾ ਉਹਦੇ 'ਚ ਹੈਗੀ ਹੈ। ਜੇ ਕਿਸਾਨ ਦੇ ਕੋਲ, ਜਿਵੇਂ ਤੁਸੀਂ ਦੱਸਤਾ ਵੀ ਸਾਡੇ ਕੋਲ ਜ਼ਮੀਨ ਬਹੁਤ ਘੱਟ ਹੈ ਜਾਂ ਨਹੀਂ ਹੈਗੀ, ਉਹ ਸੜਕਾਂ ਦੇ ਨਾਲ ਜਿਹੜੇ ਆਪਦੇ ਬਕਸੇ ਆ
ਉਹ ਰੱਖ ਸਕਦਾ। ਦੂਜਾ ਮਾਰਕੀਟ ਦੀ ਗੱਲ ਕਰਦਾ ਮੈਂ, ਜੇ ਇਸ ਸ਼ਹਿਦ ਦੀ ਮਾਰਕੀਟਿੰਗ ਕਰਨੀ ਆ ਤੇ ਕਿੱਥੇ ਕਿੱਥੇ ਕਿਸਾਨ ਜਿਹੜੇ ਆ ਇਹ ਆਪਣਾ ਜਿਹੜਾ ਪੈਦਾ ਕੀਤਾ ਹੋਇਆ ਸ਼ਹਿਦ ਹੈ ਉਹ ਵੇਚ ਸਕਦੇ ਆ? ਕੀ ਆਸਾਨੀ ਨਾਲ ਮਾਰਕੀਟਿੰਗ ਦਾ ਪ੍ਰਬੰਧ ਵੀ ਕੀਤਾ ਜਾਂਦਾ ਸਰਕਾਰ ਵੱਲੋਂ? ਸਰਕਾਰ ਵੱਲੋਂ ਮਾਰਕੀਟਿੰਗ ਦਾ ਐਸ ਸੱਚ ਤਾਂ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਹੈ, ਲੇਕਿਨ ਸ਼ਹਿਦ ਨੂੰ ਅਸੀਂ ਮਾਰਕੀਟ ਕਰਨਾ ਤੇ ਸਾਡੇ ਆਸਾਨ ਬਹੁਤ ਹੈ, ਕਿਉਂਕਿ ਇਹਦੇ 'ਚ ਕੋਈ ਪ੍ਰੋਸੈਸਿੰਗ ਦਾ ਖਾਸ ਤਰੀਕਾ ਨਹੀਂ ਲੱਗਦਾ। ਸਿਰਫ ਅਸੀਂ ਉਹਨੂੰ ਪੈਕ ਕਰਨਾ, ਵਧੀਆ ਪੈਕਿੰਗ ਕਰਕੇ ਆਪਣੇ ਨਾਂ 'ਤੇ ਮਾਰਕੀਟ ਦੇ ਵਿੱਚ ਕੋਈ ਦੁਕਾਨਾਂ ਹੈਗੀਆਂ ਜਾਂ ਮਾਲ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਸੇਲ ਕਰ ਸਕਦੇ ਹਾਂ, ਜਾਂ ਫਿਰ ਪਿੰਡਾਂ ਦੇ ਵਿੱਚ ਆਪਣੇ ਲੈਵਲ 'ਤੇ ਵੀ ਸੇਲ ਕਰਦੇ ਹਾਂ, ਜਾਂ ਫਿਰ ਜਿਹੜੇ ਕੋਈ ਦਵਾਈਆਂ 'ਚ ਜਾਂ ਜਿੱਥੇ ਸ਼ਹਿਦ ਦੀ ਵਰਤੋਂ ਹੁੰਦੀ ਉਹਨਾਂ ਨਾਲ ਸਮਝੌਤਾ ਕਰਕੇ ਆਪਾਂ ਜਿੰਨਾ ਸ਼ਹਿਦ ਪੈਦਾ ਹੁੰਦਾ ਆਪਾਂ ਸਾਰਾ ਉਹਨਾਂ ਨੂੰ ਸਪਲਾਈ ਕਰ ਸਕਦੇ ਹਾਂ। ਪਰ ਜਿਹੜਾ ਮਧੂਮੱਖੀ ਪਾਲਣ ਦਾ ਕਿੱਤਾ ਅਸੀਂ ਲੈਂਡਲੈਸ ਫਾਰਮਰ ਨੂੰ ਰეკਮੈਂਡ ਕਰਦੇ ਹਾਂ, ਉਹਦੇ ਲਈ ਇੱਕ ਬਹੁਤ ਖਾਸ ਜ਼ਰੂਰੀ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਕੋ ਜਗ੍ਹਾ 'ਤੇ ਆਪਾਂ ਬਕਸੇ ਰੱਖ ਕੇ ਜਿਹੜੀ ਆ ਮਧੂਮੱਖੀ ਪਾਲਣ ਨਹੀਂ ਕੀਤਾ ਜਾ ਸਕਦਾ। ਆਪਾਂ ਨੂੰ ਫਸਲਾਂ ਦੇ ਹਿਸਾਬ ਨਾਲ ਪਰ ਪਰਾਗਣ ਜਾਂ ਫੁੱਲਾਂ ਦੀ ਮਾਤਰਾ ਆਪਣੇ ਏਰੀਏ ਦੇ ਵਿੱਚ ਕਿੰਨੀ ਆ ਉਹਦੇ ਹਿਸਾਬ ਨਾਲ ਬਕਸੇ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 6 ਮਹੀਨੇ ਬਾਅਦ 4 ਮਹੀਨੇ ਬਾਅਦ ਲਿਜਾਣੇ ਪੈਂਦੇ ਆ, ਤਾਂ ਜੋ ਮੱਖੀਆਂ ਨੂੰ ਜਿਹੜਾ ਉਹਨਾਂ ਦਾ ਰਿਕੁਆਇਰਮੈਂਟ ਹੈਗੀ ਆ ਉਹ ਪਰ ਪਰਾਗਣ ਮਿਲਦਾ ਰਹੇ ਤੇ ਉਹ ਗਾਂ ਸ਼ਾਇਦ ਬਣਦਾ ਰਹੇ। ਇਹਦਾ ਮਤਲਬ ਇਹ ਹੈ ਕਿ ਇਸ ਕਿੱਤੇ ਲਈ ਜਿਹੜੇ ਬਕਸੇ ਦਾ ਆਪਾਂ ਲਾਉਨੇ ਆਮ ਨਜ਼ਰ 'ਚ ਆਉਂਦਾ ਹੈ ਜੀ, ਇਹ ਮਧੂਮੱਖੀ ਪਾਲਣ ਦਾ ਧੰਦਾ ਜਿਹੜਾ ਕਿਸਾਨ ਕਰ ਰਿਹਾ ਉਹ ਕਿਤੇ ਰੱਖਿਆ ਤੇ ਉਹਨੂੰ 2-4 ਮਹੀਨੇ ਬਾਅਦ ਜਿਹੜਾ ਉਹ ਸ਼ਿਫਟ ਕਰਨਾ ਜ਼ਰੂਰੀ ਆ, ਤਾਂ ਕਿ ਸਾਨੂੰ ਜਿਹੜਾ ਉਹ ਸ਼ਹਿਦ ਆ ਇੱਕ ਤਾਂ ਵਧੀਆ ਮਿਲੇ, ਜਿੱਥੇ ਫੁੱਲਾਂ ਦੀ ਕਾਸ਼ਤ ਕਿਸਾਨ ਕਰਦੇ ਆ ਉਹਦੇ ਆਸ-ਪਾਸ ਜਿਹੜਾ ਉਹ ਵੀ ਰੱਖਿਆ ਜਾ ਸਕੇ। ਨਾਲ ਦੀ ਨਾਲ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਕਿ ਜਿਵੇਂ ਸਬਜ਼ੀਆਂ ਦੀ ਆਪਾਂ ਗੱਲ ਕੀਤੀ ਆ, ਉਹਦੇ 'ਚ ਜਿਹੜੀਆਂ ਖੁੰਬਾਂ ਸਾਡੇ ਪੰਜਾਬ ਦੇ ਕੁਝ ਕਿਸਾਨ ਖੁੰਬਾਂ ਦੀ ਕਾਸ਼ਤ ਕਰਦੇ ਆ ਪਰ ਕਰਦੇ ਘੱਟ ਹੈ। ਉਹਦੇ ਲਈ ਜਾਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਲਾਹ ਦੀ ਕਮੀ ਰਹਿੰਦੀ ਆ, ਇਹ ਸੋਚਦੇ ਆ ਵੀ ਅਸੀਂ ਕਿਵੇਂ ਉਗਾਈਏ। ਤੁਹਾਡਾ ਵਿਭਾਗ ਬੜਾ ਤਤਪਰ ਹੈ, ਬਹੁਤ ਕਿਸਾਨਾਂ ਨੂੰ ਸਲਾਹ ਦਿੰਦਾ ਹੈ, ਉਹਦੇ ਬਾਰੇ ਮੈਂ ਜ਼ਰੂਰ ਖੁੰਬਾਂ ਬਾਰੇ ਪੁੱਛਣਾ ਚਾਹੁੰਦਾ ਵੀ ਜੇ ਇਹ ਕਾਸ਼ਤ ਕਰਨੀ ਸਾਡੇ ਕਿਸਾਨਾਂ ਨੇ ਤੇ ਕਿਵੇਂ ਕਰਨ? ਆਪਣੇ ਕੋਲ ਜੇ ਖੁੰਬਾਂ ਦੀ ਕਾਸ਼ਤ ਦੀ ਗੱਲ ਕਰਦੇ ਆ ਤਾਂ ਤਕਰੀਬਨ 5 ਤਰ੍ਹਾਂ ਦੀਆਂ ਖੁੰਬਾਂ ਜਿਹੜੀਆਂ ਉਹ ਇੱਥੇ ਸਿਫਾਰਿਸ਼ ਹੈਗੀ ਆ ਜਿਹਦੇ ਆਪਾਂ ਪੈਦਾ ਕਰ ਸਕਦੇ ਆ। 2 ਖੁੰਬਾਂ ਜਿਹੜੀਆਂ ਢੀਂਗਰੀ ਮਸ਼ਰੂਮ ਇੱਕ ਨੂੰ ਕਹਿੰਦੇ ਆ, ਇੱਕ ਬਟਨ ਮਸ਼ਰੂਮ ਹੈ ਜਿਹੜੀਆਂ ਠੰਡ ਵਾਲੀਆਂ ਨੇ, ਤੇ ਗਰਮੀਆਂ ਵਾਲੀਆਂ ਇੱਕ ਪਰਾਲੀ ਆ ਛਟਾਕੇ ਮਸ਼ਰੂਮ ਹੈਗੀਆਂ, ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਬਾਗਬਾਨੀ ਵਿਭਾਗ ਜਿਹੜਾ ਹੈ ਇਹ ਸਾਲਾਨਾ ਬੀਜ ਦੀਆਂ ਬੋਤਲਾਂ ਜਿਹੜਾ ਮਸ਼ਰੂਮ ਦਾ ਖੁੰਬਾਂ ਦਾ ਬੀਜ ਆ ਉਹ ਤਿਆਰ ਕਰਕੇ ਜਿਹੜੇ ਖੁੰਬਾਂ ਪੈਦਾ ਕਰਦੇ ਜ਼ਿਮੀਦਾਰ ਕਿਸਾਨ ਉਹਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਦਿੱਤਾ ਜਾਂਦਾ। ਕਣਕ ਦਾ ਬੀਜ ਉਬਾਲ ਕੇ ਉਹਦੇ 'ਤੇ ਹੀ ਇਹਦਾ ਉੱਲੀ ਦਾ ਮਾਈਸੀਲੀਅਮ ਜਿਹੜਾ ਉਹ ਪੈਦਾ ਕਰਕੇ ਤਾਂ ਉਹ ਤੋਂ ਬੀਜ ਜਿਹੜਾ ਖੁੰਬਾਂ ਦਾ ਬਣਾਇਆ ਜਾਂਦਾ। ਸਾਡਾ ਮਹਿਕਮਾ ਤਾਂ ਹਰੇਕ ਸਾਲ ਬੀਜ ਜਿਹੜਾ ਕਿਸਾਨਾਂ ਨੂੰ ਦਿੰਦਾ, ਇਸ ਦੇ ਨਾਲ ਹੀ ਜਿਹੜੀਆਂ ਟ੍ਰੇਨਿੰਗਾਂ ਵੀ ਜਿਹੜਾ ਜਾਣਕਾਰੀ ਲੈਣਾ ਚਾਹੁੰਦਾ ਕੋਈ ਫਾਰਮਰ ਉਹ ਆ ਕੇ ਸਾਡੇ ਕੋਲ ਲੈ ਸਕਦਾ, ਟ੍ਰੇਨਿੰਗ ਵੀ ਲਾ ਦਿੰਦੇ ਆ ਤੇ ਨਾਲ ਬੀਜ ਵੀ ਪ੍ਰੋਵਾਈਡ ਕਰਦੇ ਆ। ਤੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਜੇ ਕਿਸੇ ਨੇ ਨਵਾਂ ਖੁੰਬਾਂ ਦਾ ਯੂਨਿਟ ਲਾਉਣਾ ਉਹਦੇ ਲਈ ਵੀ ਵਿੱਤੀ ਸਹਾਇਤਾ ਜਿਹੜੀ ਉਹ ਮੌਜੂਦ ਹੈ। ਇਹਦੇ ਵਿੱਚ 3 ਤਰ੍ਹਾਂ ਦੇ ਯੂਨਿਟ ਬਣਦੇ ਆ। ਇੱਕ ਨੂੰ ਸਪੌਨ ਯੂਨਿਟ ਕਹਿੰਦੇ ਆ ਕਿ ਬੀਜ ਬਣਾਉਣ ਦਾ ਯੂਨਿਟ ਜੇ ਕਿਸੇ ਕਿਸਾਨ ਨੇ ਲਾਉਣਾ। ਦੂਸਰਾ ਪ੍ਰੋਡਕਸ਼ਨ ਯੂਨਿਟ ਹੈ ਕਿ ਆਪਾਂ ਖੁੰਬਾਂ ਪੈਦਾ ਕਰਕੇ ਵੇਚਣੀਆਂ, ਉਹ ਪ੍ਰੋਡਕਸ਼ਨ ਯੂਨਿਟ ਹੈ। ਤੀਸਰਾ ਕੰਪੋਸਟ ਯੂਨਿਟ ਹੈ ਕਿ ਕੱਲੀ ਖਾਦ ਹੀ ਕਿਸੇ ਨੇ ਬਣਾ ਕੇ ਖੁੰਬ ਕਾਸ਼ਤਕਾਰਾਂ ਨੂੰ ਵੇਚਣੀ ਆ ਤੇ ਉਹ ਕੰਪੋਸਟ ਯੂਨਿਟ ਵੀ ਲਾ ਸਕਦਾ। ਤਕਰੀਬਨ ਕੰਪੋਸਟ ਯੂਨਿਟ ਦਾ 20 ਲੱਖ ਦਾ ਖਰਚਾ, ਪ੍ਰੋਡਕਸ਼ਨ ਯੂਨਿਟ ਦਾ 20 ਲੱਖ ਦਾ ਤੇ ਸਪੌਨ ਯੂਨਿਟ ਦਾ 15 ਲੱਖ ਦਾ ਖਰਚਾ ਹੈਗਾ, ਜਿਹਦੇ ਤੇ ਕਿ 40% ਹਰੇਕ ਜਾਂ ਤਾਂ ਕੋਈ ਕਿਸਾਨ ਤਿੰਨੋਂ ਯੂਨਿਟ ਇਕੱਠੇ ਵੀ ਲਗਾ ਸਕਦਾ ਤੇ ਤਿੰਨੋਂ ਯੂਨਿਟ ਵੱਖੋ ਵੱਖਰੇ ਜੇ ਇੱਕ ਲਾਉਣਾ ਚਾਹੇ ਇਕੱਲਾ ਕਿਸਾਨ ਤਾਂ ਉਹ ਵੀ ਲਾ ਸਕਦਾ। ਤੇ 40% ਵਿੱਤੀ ਸਹਾਇਤਾ ਦੀ ਜਿਹੜੀ ਵਿਵਸਥਾ ਸਾਡੇ ਮਹਿਕਮੇ ਕੋਲ ਹੈਗੀ ਹੈ ਤੇ ਉਹ ਨਵਾਂ ਕਿੱਤਾ ਜ਼ਿਮੀਦਾਰ ਉੱਥੋਂ ਵਿਵਸਥਾ ਵਿੱਤੀ ਸਹਾਇਤਾ ਲੈ ਕੇ ਟ੍ਰੇਨਿੰਗ ਲੈ ਕੇ ਤਾਂ ਆਪਣੀ ਸ਼ੁਰੂ ਕਰ ਸਕਦਾ ਜੀ। ਇੱਕ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਖੁੰਬਾਂ ਦੀ ਕਾਸ਼ਤ ਲਈ ਘੱਟ ਤੋਂ ਘੱਟ ਕਿੰਨੀ ਕੁ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ? ਦੂਜਾ ਡਾਕਟਰ ਸਾਹਿਬ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਸੀਂ ਸਬਸਿਡੀ ਦੀ ਗੱਲ ਕੀਤੀ ਹੈ ਉਹ ਤੁਹਾਡਾ ਵਿਭਾਗ ਰਿਕਮੈਂਡ ਕਰਦਾ ਜਾਂ ਕਿਸੇ ਬੈਂਕ ਨਾਲ ਕਿਸਾਨਾਂ ਨੇ ਸਿੱਧਾ ਸੰਪਰਕ ਕਰਨਾ? ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਜਾਣਕਾਰੀ ਦਿਓ। ਜਿਹੜੀ ਤੁਸੀਂ ਬਲਵਿੰਦਰ ਸਿੰਘ ਜੀ ਜ਼ਮੀਨ ਦੀ ਗੱਲ ਕੀਤੀ ਹੈ, ਇਹਦੇ ਲਈ ਕੋਈ ਖਾਸ ਜ਼ਮੀਨ ਨਹੀਂ ਚਾਹੀਦੀ ਹੁੰਦੀ। ਚਾਹੇ ਸਾਡੇ ਕੋਲ ਪੁਰਾਣੇ ਘਰੇ ਹੀ 2-3 ਕਮਰੇ ਹੈਗੇ ਆ ਤਾਂ ਉਹਦੇ ਵਿੱਚ ਵੀ ਅਸੀਂ ਪ੍ਰੋਡਕਸ਼ਨ ਯੂਨਿਟ ਜਾਂ ਕੰਪੋਸਟ ਯੂਨਿਟ ਜਿਹੜਾ ਉਹ ਘਰੇ ਤਿਆਰ ਕਰ ਸਕਦੇ ਹਾਂ। ਕੋਈ ਖਾਸ ਉਪਕਰਨਾਂ ਦੀ ਜਾਂ ਕੋਈ ਖਾਸ ਢਾਂਚੇ ਦੀ ਕੋਈ ਇਹਦੇ 'ਚ ਲੋੜ ਨਹੀਂ ਹੈਗੀ। ਸਿਰਫ ਰੈਕ ਲੈਣੇ ਦੀ ਜ਼ਰੂਰਤ ਪੈਂਦੀ ਹੈ, ਲਿਫਾਫੇ ਲੈਣੇ ਆ ਤੇ ਤੂੜੀ ਤਾਂ ਆਪਾਂ ਮਟੀਰੀਅਲ ਕੰਪੋਸਟ ਬਣਾਉਣਾ ਉਹਦਾ ਮਟੀਰੀਅਲ ਲੈਣ ਦੀ ਲੋੜ ਪੈਂਦੀ ਹੈ। ਠੀਕ ਹੈ ਜੀ। ਜਿਹੜੀ ਦੂਸਰੀ ਗੱਲ ਤੁਸੀਂ ਇੱਕ ਹੋਰ ਕੀਤੀ ਹੈ ਕਿ ਆਪਾਂ ਰਿਕਮੈਂਡ ਕਰਦੇ ਹਾਂ ਜਾਂ ਕਿਸ ਤਰ੍ਹਾਂ ਲੈਣੀ ਹੈ, ਜਿਹੜੀਆਂ ਇਹ ਸਬਸਿਡੀ ਦੀਆਂ ਜਾਂ ਵਿੱਤੀ ਸਹਾਇਤਾ ਦਿੰਦੇ ਆ ਇਹਦੇ ਲਈ ਕਿਸਾਨ ਵੀਰ ਜਿਹਨੇ ਕਿੱਤਾ ਸ਼ੁਰੂ ਕਰਨਾ ਉਹਨਾਂ ਨੂੰ ਇੱਕ ਤਾਂ ਬੈਂਕ ਤੋਂ ਲੋਨ ਸੈਂਕਸ਼ਨ ਕਰਾਉਣਾ, ਇੱਕ DPR ਡਿਟੇਲ ਪ੍ਰੋਜੈਕਟ ਰਿਪੋਰਟ ਚਾਰਟਰਡ ਅਕਾਊਂਟੈਂਟ ਬਣਾਉਂਦੇ ਹੈ ਕਿ ਸਾਡਾ ਯੂਨਿਟ ਐਡਾ ਕੁ ਹੋਏਗਾ, ਇਹਦੇ ਤੋਂ ਆਹ ਆਮਦਨ ਹੋਏਗੀ, ਇਹਦੀ ਫਿਜ਼ੀਬਿਲਿਟੀ ਆਹ ਹੈਗੀ ਆ ਸਾਲਾਨਾ ਤੇ ਇੰਨਾ ਕੁ ਰੁਜ਼ਗਾਰ ਆਪਾਂ ਇਹ ਤੋਂ ਪੈਦਾ ਕਰਾਂਗੇ, ਤਾਂ ਕਿ ਉਹ ਜਿਹੜਾ ਯੂਨਿਟ ਹੈ ਉਹ ਵਾਇਬਲ
ਵਾਇਬਿਲਿਟੀ ਸ਼ੋ ਹੋ ਜਾਏ ਕਿ ਅਸੀਂ ਐਡਾ ਯੂਨਿਟ ਲਾ ਲਿਆ, ਇਹ ਤੋਂ ਸਾਨੂੰ ਆਮਦਨ ਵੀ ਹੋਣੀ ਹੈ, ਗਾਂ ਇਹ ਚੱਲ ਵੀ ਸਕੇਗਾ। ਉਹ ਵਾਇਬਿਲਿਟੀ ਜਿਹੜੀ ਉਹ DPR ਸ਼ੋ ਕਰਦੀ ਹੈ, ਉਹ ਸਾਡੇ ਮਹਿਕਮੇ ਨੂੰ ਸਬਮਿਟ ਹੁੰਦੀ ਹੈ। ਉਹ ਜਦੋਂ DPR ਪਾਸ ਹੋ ਜਾਂਦੀ ਹੈ ਤੇ ਫਿਰ ਅਸੀਂ ਰეკਮੈਂਡ ਕਰਦੇ ਹਾਂ ਕਿ ਹਾਂਜੀ ਕਿਸਾਨ ਵੀਰ ਹੁਣ ਆਪਣੇ ਲੈਵਲ ਤੇ ਯੂਨਿਟ ਲਗਾ ਸਕਦਾ ਤੇ ਇਹਨਾਂ ਨੂੰ ਸਬਸਿਡੀ ਜਿਹੜੀ ਹੈ ਬਾਅਦ 'ਚ ਦੇ ਦਿੱਤੀ ਜਾਵੇ। ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਆ, ਔਰ ਇੱਕ ਖਾਸ ਕਰਕੇ ਮੈਂ ਸੰਦੇਸ਼ ਤੁਹਾਡੇ ਕੋਲ ਲੈਣਾ ਚਾਹੁੰਦਾ ਕਿ ਕਿਸਾਨ ਵੀਰਾਂ ਨੂੰ ਕੋਈ ਸੰਦੇਸ਼ ਦਿਓ ਤਾਂ ਕਿ ਉਹ ਤੁਹਾਡਾ ਇਹ ਗੱਲ ਸੁਣ ਕੇ ਜ਼ਰੂਰ ਫਸਲੀ ਵਿਭਿੰਨਤਾ ਤੋਂ ਜਿਹੜੀ ਆ ਉਹ ਬਾਹਰ ਨਿਕਲ ਕੇ ਵੱਖਰੀਆਂ ਵੱਖਰੀਆਂ ਜਿਹੜੀਆਂ ਫਸਲਾਂ ਉਗਾਉਣ। ਦੇਖੋ ਮੇਰਾ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਹੈ ਜੀ ਕਿ ਆਪਾਂ ਰਵਾਇਤੀ ਫਸਲਾਂ ਜਿਹੜੀਆਂ ਉਹ ਛੱਡ ਕੇ ਕੁਛ ਨਾ ਕੁਛ ਫਲਾਂ 'ਚੋਂ ਕੁਛ ਨਾ ਕੁਛ ਰਕਬੇ 'ਚ ਫਲਾਂ ਸਬਜ਼ੀਆਂ ਦੀ ਫੁੱਲਾਂ ਦੀ ਕਾਸ਼ਤ ਕਰੀਏ। ਤੇ ਉਹਦੇ ਲਈ ਵੀ ਖਾਸ ਤੌਰ ਤੇ ਆਪਾਂ, ਕਿਉਂਕਿ ਮੈਨ ਪਾਵਰ ਸਰਕਾਰ ਦੀ ਜਾਂ ਕਹੀਏ ਅਸੀਂ ਹਰੇਕ ਬੰਦੇ ਤੱਕ ਕਈ ਵਾਰੀ ਨਹੀਂ ਪਹੁੰਚ ਹੋ ਸਕਦੀ, ਤਾਂ ਸਾਡੀ ਜ਼ਰੂਰੀ ਤੁਹਾਨੂੰ ਇਹੀ ਸਲਾਹ ਹੈ ਕਿ ਆਪ ਤੁਸੀਂ ਮਹਿਕਮੇ ਦੇ ਜਿਹੜੇ ਅਫਸਰ ਆ ਉਹਨਾਂ ਕੋਲ ਜਾਣਕਾਰੀ ਲੈਣ ਆਓ, ਆਪਣੇ ਬਾਰੇ ਜਾਣਕਾਰੀ ਦਿਓ ਕਿ ਕੀ ਤੁਸੀਂ ਕਾਸ਼ਤ ਕਰ ਰਹੇ ਆ, ਤਾਂ ਜੋ ਉੱਥੇ ਬੈਠੇ ਹੀ ਤੁਹਾਨੂੰ ਤਕਨੀਕੀ ਸਲਾਹ ਦੇ ਕੇ ਦੱਸ ਸਕਣ ਕਿ ਆਪਾਂ ਕਿੰਨੇ ਕੁ ਰਕਬੇ ਦੇ ਵਿੱਚ ਹੁਣ ਵਿਭਿੰਨਤਾ ਲਿਆ ਕੇ ਆਪਣੀ ਜਿਹੜੀ ਖੇਤੀ ਹੈਗੀ ਆ ਉਹਨੂੰ ਹੋਰ ਕਾਰਜਕੁਸ਼ਲਤਾ ਨਾਲ ਵੱਧ ਮੁਨਾਫਾ ਖੱਟ ਕੇ ਤੇ ਆਪਾਂ ਵੱਖਰੀਆਂ ਵੱਖਰੀਆਂ ਸਬਜ਼ੀਆਂ ਜਾਂ ਫਲਦਾਰ ਸਬਜ਼ੀਆਂ ਜਿਹੜੀਆਂ ਉਹ ਉਗਾ ਸਕਦੇ ਹਾਂ। ਤੇ ਖਾਸ ਤੌਰ ਤੇ ਜਿਹੜੇ ਸ਼ਹਿਰੀ ਇਲਾਕੇ ਹੈਗੇ ਆ, ਆਪਣੀਆਂ ਆਰਗੈਨਿਕ ਘਰੇ ਸਬਜ਼ੀਆਂ ਉਗਾਉਣ ਲਈ ਸਾਡੇ ਵਿਭਾਗ ਵੱਲੋਂ ਇੱਕ ਹੋਰ ਸਹਾਇਤਾ ਹੈ, ਸਬਜ਼ੀਆਂ ਦੀਆਂ ਮਿਨੀ ਕਿੱਟਾਂ ਛੋਟੀਆਂ ਘਰੇਲੂ ਬਗੀਚੀ ਲਈ ਸਾਡੀਆਂ ਗਰਮੀਆਂ ਤੇ ਸਰਦੀਆਂ 'ਚ ਵੱਖਰੀਆਂ ਵੱਖਰੀਆਂ 9-10 ਕਿਸਮਾਂ ਦੇ ਹਰੇਕ ਸੀਜ਼ਨ ਦੇ ਵਿੱਚ ਬੀਜ ਉਹਨਾਂ 'ਚ ਪਾਏ ਜਾਂਦੇ ਆ, ਤਾਂ ਜੋ ਜਿਹੜੇ ਸ਼ਹਿਰੀ ਲੋਕੀ ਜਾਂ ਘਰੇਲੂ ਬਗੀਚੀ ਆਪਣੀ ਆਰਗੈਨਿਕ ਸਬਜ਼ੀ ਖਾਣਾ ਚਾਹੁੰਦੇ ਆ ਉਹ ਘਰੇ ਆਪਣੇ ਲੈਵਲ ਤੇ ਉਗਾਉਣ ਤੇ ਉਹਨਾਂ ਵਿੱਚੋਂ ਹੀ ਆਪਣੇ 4-5 ਮੈਂਬਰਾਂ ਜਿਹੜੇ ਹੈਗੇ ਕਰਦੇ ਉਹਨਾਂ ਜੋਗਾ ਜਿਹੜਾ ਸਬਜ਼ੀ ਦੀ ਤੁੜਾਈ ਕਰਕੇ ਆਪਾਂ ਘਰੇ ਹੀ ਖਾ ਸਕੀਏ। ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਕਿ ਤੁਸੀਂ ਜਿਨ੍ਹਾਂ ਕੋਲੇ ਉਹ ਆਪਣੀ ਜ਼ਮੀਨ 'ਚ ਨਹੀਂ, ਸ਼ਹਿਰਾਂ 'ਚ ਲੋਕ ਰਹਿੰਦੇ ਨੇ, ਤੁਹਾਡਾ ਬਾਗਬਾਨੀ ਵਿਭਾਗ ਜਿਹੜਾ ਉਹ ਕੋਸ਼ਿਸ਼ ਕਰ ਰਿਹਾ ਕਿ ਉਹ ਆਰਗੈਨਿਕ ਜਿਹੜੀਆਂ ਬਿਨਾਂ ਖਾਦਾਂ ਤੋਂ, ਪੈਸਟੀਸਾਈਡ ਤੋਂ ਬਿਨਾਂ ਜਿਹੜੀ ਫਸਲ ਹੈ ਜਾਂ ਸਬਜ਼ੀ ਆ ਉਗਾਈ ਜਾਵੇ, ਉਹ ਘਰ 'ਚ ਆਪਣੇ ਆਪ ਜਿਹੜਾ ਉਹ ਉਗਾ ਵੀ ਸਕਦੇ ਆ ਤੇ ਆਪਣੇ ਪਰਿਵਾਰ ਨੂੰ ਖਿਲਾ ਵੀ ਸਕਦੇ ਆ। ਮੈਂ ਭਰਪੂਰ ਆਸਵੰਦ ਹਾਂ ਕਿ ਤੁਹਾਡੀ ਇਸ ਜਾਣਕਾਰੀ ਦਾ ਸਾਡੇ ਕਿਸਾਨ ਵੀਰਾਂ ਨੂੰ ਜਿਹੜਾ ਉਹ ਬਹੁਤ ਫਾਇਦਾ ਹੋਵੇਗਾ। ਤੁਹਾਡਾ ਸਾਡੇ ਪ੍ਰੋਗਰਾਮ 'ਚ ਆਉਣ 'ਚ ਬਹੁਤ ਬਹੁਤ ਧੰਨਵਾਦ।